ਧਨ ਓ ਪ੍ਰੀਤ ਚਰਨ ਸੰਗ ਲਾਗੀ। ਕੋਟ ਜਾਪ ਤਾਪ ਸੁਖ ਪਾਏ, ਆਏ ਮਿਲੇ ਪੂਰਨ ਬੜ ਭਾਗੀ। ਮੋਹਿ ਅਨਾਥ ਦਾਸ ਜਨ ਤੇਰਾ, ਅਵਰ ਓਟ ਮੋਹਿ ਸਗਲ ਤਿਆਗੀ। ਭੋਰ ਭਰਮ ਕਾਟੇ ਪ੍ਰਭ ਸਿਮਰਤ, ਗਿਆਨ ਅੰਜਨ ਮਿਲ ਸੋਵਤ ਜਾਗੀ। ਤੂੰ ਅਥਾਹੋ ਅਤ ਵੱਡੋ ਸੁਆਮੀ, ਕਿਰਪਾ ਸਿੰਧ ਪੂਰਨ ਰਤਨਾਗੀ। ਨਾਨਕ ਜਾਚਕ ਹਰ ਹਰ ਨਾਮ ਮੰਗੈ, ਮਸਤਕ ਆਨ ਧਰਿਓ ਪ੍ਰਭ ਪਾਗੀ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਇ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਇ। ਹੋਵੈ ਸਿਫਤ ਖਸਮ ਦੀ, ਨੂਰ ਅਰਸੋ ਕੁਰਸੋ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂ ਦੈ ਸਾਹੁ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹੁ। ਸਤਿਨਾਮ ਵਾਹਿਗੁਰੂ ਸਾਹਿਬ ਜੀ। ਰਾਗ ਧਨਾਸਰੀ। ਬਾਣੀ ਭਗਤ ਕਬੀਰ ਜੀ ਕੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸਨਕ ਸਨੰਦ ਮਹੇਸ਼ ਸਮਾਨਾ, ਸੇਖ ਨਾਗ ਤੇਰੋ ਮਰਮ ਨਾ ਜਾਨਾ। ਸਨਕ ਸਨੰਦ ਮਹੇਸ਼ ਸਮਾਨਾ, ਸੇਖ ਨਾਗ ਤੇਰੋ ਮਰਮ ਨਾ ਜਾਨਾ। ਸੰਤ ਸੰਗਤ ਰਾਮ ਹਿਰਦੈ ਬਸਾਈ, ਰਹਾਉ। ਹਨੂਮਾਨ ਸਰ ਗਰੜ ਸਮਾਨਾ, ਸੁਰਪਤ ਨਰਪਤ ਨਹੀਂ ਗੁਣ ਜਾਨਾ। ਚਾਰ ਵੇਦ ਅਰ ਸਿਮਰਤ ਪ੍ਰਾਨਾ, ਕਮਲਾ ਪਤ ਕਬਲਾ ਨਹੀਂ ਜਾਨਾ। ਕਹੈ ਕਬੀਰ ਸੋ ਭਰਮੈ ਨਾਹੀ, ਪਗ ਲਗ ਰਾਮ ਰਹੈ ਸਰਨਾਹੀ। ਕਹੈ ਕਬੀਰ ਸੋ ਭਰਮੈ ਨਾਹੀ, ਪਗ ਲਗ ਰਾਮ ਰਹੈ ਸਰਨਾਹੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗਰੀਬ ਨਿਵਾਜ ਅੰਤਰਜਾਮੀ ਪਤਿਤ ਪਾਵਨ ਭਗਤ ਵਸ਼ਲ ਕਰੁਣਾ ਨਿਦਾਨ ਵਾਲੀਏ ਕੁਲ ਆਲਮ ਸਰਵਰੇ ਕਾਇਨਾਤ ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਪਾਵਨ ਮੁਕੱਦਸ ਗੋਦ ਅੰਦਰ ਸੁਭਾਏਮਾਨ ਸਤਿਗੁਰਾਂ ਦੀ ਸਾਜੀ ਔਰ ਨਿਵਾਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਸਾਹਿਬਾਂ ਦੇ ਚਰਨ ਕਮਲਾਂ ਪਾਸ ਅੰਮ੍ਰਿਤ ਵੇਲੇ ਦੇ ਸਜੇ ਹੋਏ ਸੁੰਦਰ ਦੀਵਾਨਾਂ ਅੰਦਰ ਜੁੜ ਮਿਲ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ। ਆਪ ਸਰਬੱਤ ਮਾਈ ਭਾਈ ਗੁਰਸਿੱਖ ਸੰਗਤਾਂ ਨੇ ਅੰਮ੍ਰਿਤ ਵੇਲੇ ਸਮੇਂ ਸਿਰ ਪਹੁੰਚ ਕਰਕੇ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ। ਗੁਰਬਾਣੀ ਕੇ ਜਾਪ ਗੁਰਮੁਖ ਪਿਆਰਿਆਂ ਦੀ ਰਸਨਾ ਤੋਂ ਆਸਾ ਕੀ ਵਾਰ ਦੇ ਕੀਰਤਨ ਸਰਵਣ ਕਰਕੇ ਜ਼ਿੰਦਗੀ ਦੀਆਂ ਅਮੋਲਕ ਘੜੀਆਂ ਸਮੇਂ ਔਰ ਸਵਾਸਾਂ ਦਾ ਲਾਹਾ ਪ੍ਰਾਪਤ ਕੀਤਾ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਪਵਿੱਤਰ ਮੁਖ ਵਾਕ ਦੀ ਬਖਸ਼ਿਸ਼ ਕੀਤੀ। ਇਸ ਮੁਖ ਵਾਕ ਦੀ ਵਿਚਾਰ ਸਰਵਣ ਕਰਕੇ ਜ਼ਿੰਦਗੀ ਦੀਆਂ ਅਮੋਲਕ ਘੜੀਆਂ ਸਮੇਂ ਔਰ ਸਵਾਸਾਂ ਦਾ ਲਾਹਾ ਪ੍ਰਾਪਤ ਕਰੀਏ, ਗੁਰੂ ਦੀਆਂ ਖੁਸ਼ੀਆਂ ਦੇ ਪਾਤਰ ਬਣੀਏ। ਅੱਜ ਦੇ ਪਵਿੱਤਰ ਮੁਖ ਵਾਕ ਦੇ ਅੰਦਰ ਭਗਤ ਕਬੀਰ ਸਾਹਿਬ ਜੀ ਦੀ ਰਚਨਾ ਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਉਪਦੇਸ਼ ਬਖਸ਼ਿਆ ਹੈ। ਇਸ ਉਪਦੇਸ਼ ਦੇ ਅੰਦਰ ਗੁਰੂ ਪਾਤਸ਼ਾਹ ਜੀ ਬਚਨ ਕਰਦੇ ਹਨ, ਸੰਤ ਸੰਗਤ ਰਾਮ ਹਿਰਦੈ ਵਸਾਈ ਰਹਾਉ। ਸ਼ਬਦ ਦਾ ਕੇਂਦਰੀ ਭਾਵ ਇਹ ਹੈ, ਕਬੀਰ ਸਾਹਿਬ ਜੀ ਕਹਿੰਦੇ ਸਭਨਾ ਅਵਤਾਰਾਂ ਨੇ, ਰਿਸ਼ੀਆਂ ਮੁਨੀਆਂ ਨੇ, ਪੀਰਾਂ ਪੈਗੰਬਰਾਂ ਨੇ ਸਮੇਂ ਸਮੇਂ ਅਨੁਸਾਰ ਅਵਤਾਰ ਧਾਰਨਾ ਕੀਤੇ ਹਨ। ਪਰਮਾਤਮਾ ਬਾਰੇ ਸਭਨਾ ਨੇ ਜ਼ਿਕਰ ਕੀਤਾ ਹੈ, ਪਰ ਅੰਤ ਕਿਸੇ ਨਹੀਂ ਪਾਇਆ। ਉਹ ਪਰਮਾਤਮਾ ਬੇਅੰਤ ਹੈ, ਕਿਸੇ ਅੰਤ ਨਹੀਂ ਪਾਇਆ। ਕਬੀਰ ਸਾਹਿਬ ਜੀ ਕਹਿੰਦੇ, ਪਰ ਮੈਂ ਸੰਤਾਂ ਦੀ ਸੰਗਤ ਵਿੱਚ ਰਹਿ ਕਰਕੇ ਜੋ ਪਰਮਾਤਮਾ ਦੇ ਗੁਣ ਗਾਉਂਦੇ ਹਨ, ਪਰਮਾਤਮਾ ਦੀ ਬੰਦਗੀ ਭਗਤੀ ਕਰਦੇ ਹਨ, ਉਹਨਾਂ ਦੀ ਸੰਗਤ ਵਿੱਚ ਰਹਿ ਕਰਕੇ ਉਸ ਪਰਮਾਤਮਾ ਦੇ ਨਾਮ ਦਾ ਆਨੰਦ ਮਾਣਦਾ ਹਾਂ। ਇਹ ਯੋਗ ਗੱਲ ਹੈ ਕਿ ਆਨੰਦ ਮਾਣਨਾ, ਅੰਤ ਪਾਉਣਾ ਯੋਗ ਨਹੀਂ। ਜੋ ਵੀ ਅੰਤ ਪਾਉਣ ਵਾਸਤੇ ਯਤਨ ਕਰਦਾ ਹੈ ਉਸ ਦਾ ਆਪਣਾ ਅੰਤ ਹੋ ਜਾਂਦਾ ਹੈ, ਪਰਮੇਸ਼ਰ ਦਾ ਅੰਤ ਨਹੀਂ ਪੈਂਦਾ। ਗੁਰੂ ਪਾਤਸ਼ਾਹ ਜੀ ਨੇ ਗੁਰਬਾਣੀ ਵਿੱਚ ਅਨੇਕਾਂ ਪ੍ਰਮਾਣ ਉਦਾਹਰਣਾਂ ਦੇ ਕਰਕੇ ਸਮਝ ਆਇਆ ਕਿ ਭਾਈ ਵੇਖੋ, ਜਿਵੇਂ ਮੱਛੀ ਹੈ ਪਾਣੀ ਵਿੱਚ ਰਹਿ ਰਹੀ ਹੈ, ਮੱਛੀ ਨੂੰ ਨਹੀਂ ਪਤਾ ਵੀ ਸਮੁੰਦਰ ਦੀ ਡੂੰਘਾਈ ਕਿਤਨੀ ਹੈ, ਇਹਦੀ ਲੰਬਾਈ ਕਿਤਨੀ ਹੈ, ਇਹਦੀ ਚੌੜਾਈ ਕਿਤਨੀ ਹੈ, ਇਸ ਵਿੱਚ ਪਾਣੀ ਕਿੰਨਾ ਹੈ, ਕੋਈ ਪਤਾ ਨਹੀਂ। ਪਰ ਮੱਛੀ ਫਿਰ ਵੀ ਪਾਣੀ ਵਿੱਚ ਰਹਿ ਕਰਕੇ ਆਨੰਦ ਮਾਣ ਰਹੀ ਹੈ। ਪੰਛੀ ਆਕਾਸ਼ ਵਿੱਚ ਉੱਡਦੇ ਹਨ, ਪੰਛੀ ਨੂੰ ਕੋਈ ਪਤਾ ਨਹੀਂ ਕਿ ਇਸ ਆਕਾਸ਼ ਦਾ ਖੇਤਰਫਲ ਕਿੰਨਾ ਹੈ, ਇਸ ਦੀ ਉਚਾਈ ਕਿੰਨੀ ਹੈ, ਇਸ ਦੇ ਵਿੱਚ ਕਿੰਨੇ ਜੀਵ ਜੰਤੂ ਰਹਿੰਦੇ ਹਨ। ਕਦੇ ਵੀ ਪੰਛੀ ਨੇ ਇਹ ਯਤਨ ਨਹੀਂ ਕੀਤਾ, ਕੇਵਲ ਆਕਾਸ਼ ਵਿੱਚ ਉੱਡ ਕਰਕੇ ਉਹ ਆਨੰਦ ਪ੍ਰਾਪਤ ਕਰ ਰਿਹਾ ਹੈ। ਖੁੱਲ੍ਹੀਆਂ ਹਵਾਵਾਂ ਦੇ ਵਿੱਚ ਉੱਡ ਕਰਕੇ ਉਹ ਜੀਵਨ ਦੇ ਆਨੰਦ ਨੂੰ ਮਾਣਦਾ ਹੈ, ਅੰਤ ਨਹੀਂ ਪਾਉਂਦਾ। ਕੇਵਲ ਮਨੁੱਖ ਹੀ ਐਸਾ ਹੈ। ਜੇਕਰ ਆਪਾਂ ਸੰਗਤ ਦਾ ਸੁਭਾਅ ਵੇਖਣਾ ਕਰੀਏ, ਬਈ ਸੰਗਤ ਦਾ ਅਸਰ ਕੇਵਲ ਮਨੁੱਖ 'ਤੇ ਵਿਸ਼ੇਸ਼ ਕਰਕੇ ਨਹੀਂ ਪੈਂਦਾ, ਹੋਰ ਵੀ ਬੜੇ ਜਿਵੇਂ ਕਿ ਪੰਛੀ, ਪਸ਼ੂ, ਜਾਨਵਰ, ਬਨਸਪਤੀ 'ਤੇ ਵੀ ਇਸ ਦਾ ਅਸਰ ਪੈਂਦਾ ਹੈ ਸੰਗਤ ਦਾ।
ਬਨਸਪਤੀ ਦੀ ਦੁਨੀਆ ਅੰਦਰ ਜੇਕਰ ਨਜ਼ਰ ਮਾਰੀਏ ਤੇ ਬੜੇ ਮਸ਼ਹੂਰ ਪ੍ਰਮਾਣ ਸਾਨੂੰ ਗੁਰਬਾਣੀ ਵਿੱਚੋਂ ਵੀ ਮਿਲਦੇ ਹਨ। ਗੁਰੂ ਪਾਤਸ਼ਾਹ ਜੀ ਬਚਨ ਕਰਦੇ ਨੇ, ਭਗਤ ਕਬੀਰ ਸਾਹਿਬ ਜੀ ਦੀ ਰਚਨਾ ਦੁਆਰਾ ਹੀ ਬਚਨ ਆਉਂਦਾ ਹੈ ਸ਼ਲੋਕਾਂ ਦੇ ਅੰਦਰ, ਕਬੀਰ ਚੰਦਨ ਕਾ ਬਿਰਵਾ ਭਲਾ, ਬੇੜਿਓ ਢਾਕ ਪਲਾਸ, ਓਏ ਵੀ ਚੰਦਨ ਹੋਏ ਰਹਿਓ, ਬਸੇ ਜੋ ਚੰਦਨ ਪਾਸ। ਜਿਨ੍ਹਾਂ ਬੂਟਿਆਂ ਨੇ ਚੰਦਨ ਦੀ ਸੰਗਤ ਕਰ ਲਈ, ਚੰਦਨ ਦਾ ਜਿਨ੍ਹਾਂ ਨੂੰ ਸਾਥ ਪ੍ਰਾਪਤ ਹੋ ਗਿਆ, ਉਹ ਵੀ ਕਹਿੰਦੇ ਚੰਦਨ ਦਾ ਰੂਪ ਹੀ ਹੋ ਜਾਂਦੇ ਨੇ। ਚੰਦਨ ਵਰਗੀ ਸੁਗੰਧੀ ਉਹਨਾਂ ਦੇ ਪਾਸ ਵੀ ਆ ਜਾਂਦੀ ਹੈ। ਕੇਵਲ ਬਾਂਸ ਨੂੰ ਛੱਡ ਕਰਕੇ ਹੋਰ ਸਭ ਬੂਟੇ ਹਨ ਜਿਹੜੇ ਉਹ ਚੰਦਨ ਦੇ ਪਾਸੋਂ ਸੁਗੰਧੀ ਪ੍ਰਾਪਤ ਕਰ ਲੈਂਦੇ ਨੇ। ਹੋਰ ਵੀ ਬਨਸਪਤੀ ਦੇ ਵਿੱਚ ਜਿਹੜੇ ਸੁਗੰਧੀ ਵਾਲੇ ਫੁੱਲ ਨੇ, ਜੇਕਰ ਫੁੱਲ ਡਿੱਗ ਪੈਣ ਧਰਤੀ ਤੇ, ਜਿੱਥੇ ਡਿੱਗੇ ਨੇ ਉਹ ਮਿੱਟੀ ਵੀ ਖੁਸ਼ਬੂਦਾਰ ਹੋ ਜਾਂਦੀ ਹੈ, ਮਿੱਟੀ ਦੇ ਵਿੱਚੋਂ ਵੀ ਖੁਸ਼ਬੂ ਆਉਣੀ ਸ਼ੁਰੂ ਹੋ ਜਾਂਦੀ ਹੈ। ਇਹ ਸੰਗਤ ਦਾ ਅਸਰ ਹੈ। ਬਨਸਪਤੀ ਦੀ ਦੁਨੀਆ ਅੰਦਰ ਹੀ ਕਬੀਰ ਸਾਹਿਬ ਜੀ ਕਹਿੰਦੇ ਐਸੇ ਵੀ ਬੂਟੇ ਹਨ ਜਿਨ੍ਹਾਂ ਨੇ ਸੰਗਤ ਤਾਂ ਕੀਤੀ ਪਰ ਉਹਨਾਂ ਨੂੰ ਜਿਹੜਾ ਅਸਰ ਬਹੁਤ ਮਾੜਾ ਪ੍ਰਾਪਤ ਹੋਇਆ। ਜਿਵੇਂ ਕਿ ਬੇਰੀ ਅਤੇ ਕੇਲੇ ਦੀ ਸੰਗਤ ਹੈ, ਇਹਦੇ ਵਿੱਚ ਕੇਲੇ ਨੂੰ ਬੜੀ ਹਾਨੀ ਹੁੰਦੀ ਹੈ। ਕਬੀਰ ਮਾਰੀ ਮਰੋ ਕੁਸੰਗ ਕੀ, ਕੇਲੇ ਨਿਕਟ ਜੋ ਬੇਰ, ਉਹ ਝੂਲੇ ਉਹ ਚੀਰੀਐ, ਸਾਖਤ ਸੰਗ ਨਾ ਹੈ। ਕਬੀਰ ਸਾਹਿਬ ਜੀ ਕਹਿੰਦੇ ਵੇਖੋ ਭਾਈ, ਕੁਸੰਗਤ ਹੈ, ਬੇਰੀ ਦੇ ਨਾਲ ਜਿਹੜੀ ਕੁਸੰਗਤ ਕਰ ਲਈ ਕੇਲੇ ਦੇ ਬੂਟੇ ਨੇ, ਐਸੀ ਮਾਰ ਪਈ, ਕੇਲਾ ਤੱਕ ਝੂਲਦਾ ਹੈ, ਖੁਸ਼ ਹੁੰਦਾ ਹੈ। ਜਦੋਂ ਝੂਲਦਾ ਤੇ ਬੇਰੀ ਦੇ ਜਿਹੜੇ ਕੰਡੇ ਹਨ ਉਹਦੇ ਪੱਤਿਆਂ ਨੂੰ ਚੀਰ ਦਿੰਦੇ ਨੇ। ਕਬੀਰ ਮਾਰੀ ਮਰੋ ਕੁਸੰਗ ਕੀ, ਕੇਲੇ ਨਿਕਟ ਜੋ ਬੇਰ। ਜਿਵੇਂ ਬੇਰੀ ਦੇ ਨੇੜੇ ਕੇਲਾ ਰਹਿੰਦਾ, ਸੰਗਤ ਕਰਦਾ ਹੈ ਬੇਰੀ ਦੀ, ਉਹਨੂੰ ਉਹਦਾ ਮਾੜਾ ਅਸਰ ਪ੍ਰਾਪਤ ਹੁੰਦਾ ਹੈ। ਉਹ ਤਾਂ ਝੂਲਦਾ ਹੈ, ਖੁਸ਼ੀ ਮਨਾਉਂਦਾ ਹੈ, ਉਹ ਝੂਲੇ ਉਹ ਚੀਰੀਐ, ਬੇਰੀ ਉਸ ਨੂੰ ਚੀਰ ਦਿੰਦੀ ਹੈ। ਇਸੇ ਤਰ੍ਹਾਂ ਸਾਖਤ ਸੰਗ ਨਾ ਹਿਰ, ਕਦੇ ਵੀ ਸਾਖਤ ਮਨੁੱਖ ਦੀ ਸੰਗਤ ਨਹੀਂ ਕਰਨੀ ਚਾਹੀਦੀ। ਕਬੀਰ ਸਾਖਤ ਸੰਗ ਨਾ ਕੀਜੀਐ, ਦੂਰਹਿ ਜਾਈਐ ਭਾਗ, ਬਾਸਨ ਕਾਰੋ ਪਰਸੀਐ, ਤਉ ਕਛ ਲਾਗੈ ਦਾਗ। ਕੋਲਾ ਭਾਵੇਂ ਚੰਗਾ ਹੋਵੇ, ਠੰਡਾ ਹੋਵੇ, ਫਿਰ ਵੀ ਉਹਦੀ ਸੰਗਤ ਨਹੀਂ ਕਰਨੀ ਚਾਹੀਦੀ, ਆਪਣੇ ਹੱਥ ਵਿੱਚ ਨਹੀਂ ਪਕੜਨਾ ਚਾਹੀਦਾ। ਗਰਮ ਕੋਲਾ ਤਾਂ ਹੱਥ ਨੂੰ ਸਾੜੇਗਾ ਹੀ, ਪਰ ਜੇਕਰ ਠੰਡਾ ਕੋਲਾ ਵੀ ਆਪਣੇ ਹੱਥ ਵਿੱਚ ਫੜ ਲਈਏ ਨਾ, ਉਹ ਵੀ ਦਾਗ ਲਾ ਦੇਗਾ। ਕਬੀਰ ਸਾਹਿਬ ਜੀ ਕਹਿੰਦੇ ਕੋਲਾ ਪਕੜਾਂਗੇ ਨੁਕਸਾਨ ਹੀ ਹੈ, ਗਰਮ ਪਕੜਾਂਗੇ ਹੱਥ ਸੜ ਜਾਏਗਾ, ਠੰਡਾ ਪਕੜਾਂਗੇ ਕਾਲਾ ਹੋ ਜਾਏਗਾ। ਇਸੇ ਤਰ੍ਹਾਂ ਜਿਹੜੀ ਕੁਸੰਗਤ ਹੈ, ਸਾਖਤ ਪੁਰਸ਼ ਦੀ ਸੰਗਤ ਹੈ, ਇਹ ਨਹੀਂ ਕਰਨੀ ਚਾਹੀਦੀ। ਪੰਛੀਆਂ ਦੀ ਦੁਨੀਆ ਅੰਦਰ ਵੀ ਵੇਖਣਾ ਕਰੀਏ ਤੇ ਐਸੇ ਵੀ ਪੰਛੀ ਹਨ ਜਿਨ੍ਹਾਂ ਨੇ ਮਨੁੱਖਾਂ ਦੀ ਸੰਗਤ ਕਰ ਲਈ, ਉਹਨਾਂ ਦਾ ਸੁਭਾਅ ਹੀ ਬਦਲ ਗਿਆ। ਤੋਤਾ ਹੈ, ਇੱਕ ਪੰਛੀ ਹੈ, ਉਹ ਮਨੁੱਖ ਦੀ ਸੰਗਤ ਵਿੱਚ ਰਹਿਣ ਲੱਗ ਜਾਏ ਤੇ ਮਨੁੱਖ ਵਾਂਗੂ ਬੋਲਣ ਲੱਗ ਪੈਂਦਾ ਹੈ। ਮੈਨਾ ਵਰਗੇ ਪੰਛੀਆਂ ਨੇ ਮਨੁੱਖਾਂ ਦੀ ਸੰਗਤ ਕੀਤੀ ਤੇ ਉਹਨਾਂ ਦੇ ਜੀਵਨ ਵਿੱਚ ਬਦਲਾਅ ਆ ਗਿਆ। ਪਸ਼ੂਆਂ ਦੀ ਦੁਨੀਆ ਵਿੱਚ ਆਪਾਂ ਨੂੰ ਆਮ ਤੌਰ 'ਤੇ ਪਤਾ ਹੈ ਕਿ ਕਿੰਨਾ ਪਸ਼ੂਆਂ ਦਾ ਮਨੁੱਖਾਂ ਦੇ ਨਾਲ ਰਹਿ ਕਰਕੇ ਜੀਵਨ ਬਦਲ ਜਾਂਦਾ ਹੈ। ਦੋ ਸ਼੍ਰੇਣੀਆਂ ਹੁੰਦੀਆਂ ਨੇ ਪਸ਼ੂਆਂ ਦੀਆਂ, ਇੱਕ ਰਾਖਵੇਂ ਹੁੰਦੇ ਹਨ, ਇੱਕ ਜਾਂਗਲੀ। ਜੰਗਲਾਂ ਦੇ ਵਿੱਚ ਜਿਹੜੇ ਪਸ਼ੂ ਨੇ ਉਹਨਾਂ ਦਾ ਸੁਭਾਅ ਆਪਾਂ ਵੇਖਦੇ ਹਾਂ ਕਿੰਨਾ ਉਖੜਾ ਹੁੰਦਾ ਹੈ, ਗੁਸੈਲ ਗੁੱਸੇ ਵਾਲਾ ਸੁਭਾਅ ਹੁੰਦਾ ਹੈ। ਉਹ ਕਿਸੇ ਦੇ ਤਰਸ ਨਹੀਂ ਕਰਦੇ ਹਨ, ਭਾਵੇਂ ਉਹ ਗਾਂ ਹੈ ਮੱਝ ਹੈ, ਇਹ ਬੜੇ ਨਰਮ ਸੁਭਾਅ ਵਾਲੇ ਮੰਨੇ ਜਾਂਦੇ ਨੇ। ਪਰ ਜੇ ਜੰਗਲਾਂ ਵਿੱਚ ਰਹਿਣ ਲੱਗ ਪੈਣ ਤੇ ਇਹਨਾਂ ਦਾ ਸੁਭਾਅ ਬਦਲ ਜਾਂਦਾ ਹੈ। ਹੋਰ ਵੀ ਕਿੰਨੇ ਜੀਵ ਜੰਤੂ ਨੇ, ਉਹ ਜੰਗਲਾਂ ਦੇ ਵਿੱਚ ਰਹਿ ਕਰਕੇ ਜਾਂਗਲੀ ਬਣ ਕਰਕੇ ਉਹਨਾਂ ਦੇ ਸੁਭਾਅ ਵਿੱਚ ਫਰਕ ਪੈ ਜਾਂਦਾ। ਜੇ ਉਹੀ ਪਸ਼ੂ ਹਨ ਜਿਹੜੇ ਮਨੁੱਖਾਂ ਦੀ ਸੰਗਤ ਵਿੱਚ ਰਹਿਣ ਲੱਗ ਜਾਂਦੇ ਨੇ, ਜਿਨ੍ਹਾਂ ਨੇ ਮਨੁੱਖਾਂ ਦੀ ਸੰਗਤ ਕਰਨੀ ਸ਼ੁਰੂ ਕਰ ਦਿੱਤੀ, ਉਹਨਾਂ ਦੇ ਸੁਭਾਅ ਵਿੱਚ ਕਿੰਨਾ ਫਰਕ ਪੈ ਜਾਂਦਾ ਹੈ। ਜਿਹੋ ਜਿਹੇ ਮਨੁੱਖ ਦੀ ਸੰਗਤ ਕਰਦਾ, ਪਸ਼ੂ ਵੀ ਉਹੋ ਜਿਹਾ ਹੀ ਬਣ ਜਾਂਦਾ ਹੈ। ਕਹਿਣ ਤੋਂ ਭਾਵ ਵੀ ਪਸ਼ੂਆਂ ਨੇ ਵੀ ਸੰਗਤ ਦਾ ਅਸਰ ਕਬੂਲਿਆ ਹੈ, ਮਨੁੱਖ ਨੇ ਤਾਂ ਕਬੂਲਣਾ ਹੀ ਹੈ। ਪਸ਼ੂਆਂ ਨੇ, ਪੰਛੀਆਂ ਨੇ, ਜਾਨਵਰਾਂ ਨੇ, ਬਨਸਪਤੀ ਨੇ, ਸਭ ਜਿੰਨੀ ਵੀ ਕਾਇਨਾਤ ਪਰਮਾਤਮਾ ਨੇ ਬਣਾਈ ਹੈ, ਸੰਗਤ ਦਾ ਅਸਰ ਭਾਈ ਜ਼ਰੂਰ ਹੁੰਦਾ ਹੈ। ਜਿਨ੍ਹਾਂ ਪਸ਼ੂਆਂ ਨੇ ਮਨੁੱਖਾਂ ਦੀ ਸੰਗਤ ਵਿੱਚ ਰਹਿ ਕਰਕੇ ਆਪਣਾ ਜਾਂਗਲੀ ਸੁਭਾਅ ਤਿਆਗ ਦਿੱਤਾ, ਸ਼ੇਰ ਹੈ ਜਿਹੜਾ,
ਜੇਕਰ ਉਹ ਜੰਗਲਾਂ ਵਿੱਚ ਰਹਿੰਦਾ ਤੇ ਉਹਦਾ ਸੁਭਾਅ ਹੋਰ ਤਰ੍ਹਾਂ ਦਾ। ਮਨੁੱਖ ਦੀ ਸੰਗਤ ਵਿੱਚ ਆ ਜਾਏ, ਆਹ ਸਰਕਸਾਂ ਦੇ ਵਿੱਚ ਵੇਖਿਆ ਹੀ ਹੈ, ਸ਼ੇਰਾਂ ਦੇ ਨਾਲ ਮਨੁੱਖ ਖੇਡ ਰਹੇ ਨੇ, ਕਿੰਨਾ ਸੁਭਾਅ ਦੇ ਵਿੱਚ ਬਦਲਾਵ ਆ ਗਿਆ। ਕੁੱਤੇ ਹਨ ਜਿਹੜੇ ਇੱਧਰਲੇ ਇੱਥੇ ਦੇਸ਼ ਵਿੱਚ ਵੀ ਬੜੇ ਕੁੱਤੇ ਵੇਖੇ ਨੇ, ਉਹ ਬਿਲਕੁਲ ਡਰਾਕਲ ਸੁਭਾਅ ਦੇ ਨੇ, ਨਰਮ ਸੁਭਾਅ ਦੇ ਨੇ। ਇਹੀ ਕਿਤੇ ਪੰਜਾਬ ਦਾ ਕੁੱਤਾ ਹੋਵੇ, ਵਾਰਾ ਫਿਰਦਾ ਹੋਵੇ, ਕੋਲੇ ਦੀ ਕੋਈ ਲੰਘ ਕੇ ਤਾਂ ਵਿਖਾਵੇ, ਹੱਥ ਲਾਉਣ 'ਚ ਤਾਂ ਗੱਲ ਦੂਰ ਦੀ ਰਹੀ, ਕੋਲੇ ਦੀ ਵੀ ਕੋਈ ਲੰਘ ਕੇ ਵਿਖਾਵੇ, ਐਸਾ ਸੁਭਾਅ ਹੈ ਉਹਨਾਂ ਦਾ। ਸੋ ਗੁਰੂ ਪਾਤਸ਼ਾਹ ਜੀ ਸਮਝਾਉਣਾ ਕਰਦੇ ਨੇ, ਕਬੀਰ ਸਾਹਿਬ ਜੀ ਵੀ ਬਚਨ ਕਰਦੇ ਹਨ, ਕਬੀਰ ਮਨ ਪੰਖੀ ਭਇਓ ਉੱਡ ਉੱਡ ਦਹਿ ਸਜਾਏ, ਜੋ ਜੈਸੀ ਸੰਗਤ ਮਿਲੈ ਸੋ ਤੈਸੋ ਫਲ ਖਾਵੇ। ਜਿਹੋ ਜੀ ਭਾਈ ਕੋਈ ਸੰਗਤ ਕਰੇਗਾ ਉਹੋ ਜਿਹਾ ਉਹਨੂੰ ਫਲ ਪ੍ਰਾਪਤ ਹੋਵੇਗਾ। ਕਬੀਰ ਸਾਹਿਬ ਜੀ ਇਸੇ ਕਰਕੇ ਕਹਿੰਦੇ ਨੇ, ਸੰਤ ਸੰਗਤ ਰਾਮ ਹਿਰਦੈ ਵਸਾਈ। ਅਸੀਂ ਤਾਂ ਸੰਤਾਂ ਮਹਾਤਮਾ ਦੀ ਸੰਗਤ ਮੰਨਣਾ ਕੀਤੀ ਹੈ, ਪ੍ਰਮਾਤਮਾ ਦਾ ਆਨੰਦ ਮਾਣਨੇ ਆ। ਕਿਸੇ ਦੇਵੀ ਦੇਵਤੇ ਨੂੰ, ਰਿਸ਼ੀਆਂ ਮੁਨੀਆਂ ਨੂੰ, ਜਿਨ੍ਹਾਂ ਨੇ ਵੀ ਪ੍ਰਮਾਤਮਾ ਦਾ ਅੰਤ ਪਾਉਣ ਦਾ ਯਤਨ ਕੀਤਾ ਹੈ, ਅਸੀਂ ਉਹਨਾਂ ਦੀ ਮਨੌਤ ਨਹੀਂ ਕਰਦੇ। ਅਸੀਂ ਕੇਵਲ ਪ੍ਰਮਾਤਮਾ ਦੀ ਸੰਗਤ ਕਰਦੇ ਹਾਂ, ਉਹਨਾਂ ਦੇ ਨਾਮ ਜਪਣ ਵਾਲੇ ਸੰਤਾਂ ਭਗਤਾਂ ਦੇ ਨਾਲ ਮਿਲ ਕਰਕੇ ਗੁਣ ਗਾਉਂਦੇ ਹਾਂ, ਜ਼ਿੰਦਗੀ ਦਾ ਆਨੰਦ ਮਾਣਦੇ ਹਾਂ। ਇੱਕ ਕਵੀ ਨੇ ਬੜੇ ਸੁੰਦਰ ਬਚਨ ਕਹੇ ਹਨ, ਕਹਿੰਦੇ ਸਾਖਤ ਮਨੁੱਖ ਦੀ ਸੰਗਤ ਕਿੰਨੀ ਨੁਕਸਾਨਦਾਇਕ ਹੈ, ਕਿੰਨੀ ਬੁਰੀ ਹੈ। ਬੜੇ ਸੁੰਦਰ ਉਹਨਾਂ ਬਚਨ ਕੀਤੇ, ਕਹਿੰਦੇ ਸਿੰਘਣ ਕੇ ਬਨ ਮੇਂ ਬਸੀਏ ਧਸੀਏ, ਕਹਿੰਦੇ ਸਿੰਘਣ ਕੇ ਬਨ ਮੇਂ ਬਸੀਏ ਧਸੀਏ, हाथ में बिशुआ कह लीजै, कान खजूरा प्रवेश कराए कै, साप के मुख में उंगली दीजै, गिरते गिरिए अग में जरिए, आरी के घाव तो अनेक सहीजै, एते तो कष्ट अनंत सहो, मूर्ख मीत को संग न कीजै। ये बड़े सुंदर उन्हां बचन कहे, कहते भाई कदे भी ਸਿੰਘਣ के बन में बसीए धसीए। ਸਿੰਘਣ ਕਹਿੰਦੇ ਨੇ ਸ਼ੇਰਾਂ ਨੂੰ। ਸ਼ੇਰ ਦੀ ਗੁਫਾ ਵਿੱਚ ਵੜ ਜਾਈਏ, ਕਹਿੰਦੇ ਬਹੁਤਾ ਵੱਡਾ ਨੁਕਸਾਨ ਨਹੀਂ, ਮੌਤ ਹੀ ਹੋ ਜਾਏਗੀ, ਇਹ ਤੋਂ ਵੱਧ ਕੁਝ ਨਹੀਂ ਹੋਵੇਗਾ। ਉਸ ਤੋਂ ਬਾਅਦ ਕਹਿੰਦੇ ਹਾਥ ਮੈਂ ਬਿਸ਼ੂਆ ਗਹਿ ਲੀਜੈ। ਬਿਸ਼ੂਆ ਜਿਹੜਾ ਥੂਆਂ ਜਿਹਨੂੰ ਕਹਿ ਦਿੰਦੇ ਨੇ ਆਮ ਬੋਲੀ ਦੇ ਵਿੱਚ, ਬਿਸ਼ੂ ਹੁੰਦਾ ਹੈ, ਉਹਦਾ ਡੰਗ ਬੜਾ ਭੈੜਾ ਹੁੰਦਾ, ਜ਼ਹਿਰ ਬੜੀ ਚੜ੍ਹਦੀ ਹੈ, ਮਨੁੱਖ ਨੂੰ ਤਕਲੀਫ ਬੜੀ ਹੁੰਦੀ ਹੈ, ਦਰਦ ਬਹੁਤ ਹੁੰਦਾ ਹੈ। ਕਹਿੰਦੇ ਹਾਥ ਮੈਂ ਬਿਸ਼ੂਆ ਗਹਿ ਲੀਜੈ, ਹੱਥ ਦੇ ਵਿੱਚ ਕੋਈ ਬਿਸ਼ੂ ਪਕੜ ਲਵੇ, ਬਹੁਤੀ ਵੱਡੀ ਗੱਲ ਨਹੀਂ, ਕਹਿੰਦੇ ਬਹੁਤਾ ਨੁਕਸਾਨ ਨਹੀਂ ਹੋਵੇਗਾ। ਸ਼ੇਰ ਦੀ ਗੁਫਾ ਵਿੱਚ ਵੜ ਜਾਓ, ਬਹੁਤਾ ਵੱਡਾ ਨੁਕਸਾਨ ਨਹੀਂ। ਹੱਥ ਵਿੱਚ ਬਿਸ਼ੂਆ ਪਕੜ ਲਈਏ, ਬਹੁਤਾ ਵੱਡਾ ਨੁਕਸਾਨ ਨਹੀਂ, ਛੋਟੀ ਗੱਲ ਹੈ। ਇਸ ਤੋਂ ਬਾਅਦ ਉਹ ਕਹਿਣ ਲੱਗੇ, कान खजूरा प्रवेश कराए कै, साप के मुख में अंगुली दीजै। ਕੰਨ ਦੇ ਵਿੱਚ ਖਜੂਰਾ, ਕੰਨ ਖਜੂਰਾ ਕਹਿੰਦੇ ਨੇ, ਉਹ ਕੰਨ ਵਿੱਚ ਪੈ ਜਾਏ ਤੇ ਬੜੀ ਤਕਲੀਫ ਹੁੰਦੀ ਹੈ, ਮਨੁੱਖ ਦੀ ਮੌਤ ਵੀ ਹੋ ਜਾਂਦੀ ਹੈ। ਕਹਿੰਦੇ ਆਪਣੇ ਕੰਨ ਵਿੱਚ ਕੰਨ ਖਜੂਰੇ ਨੂੰ ਪ੍ਰਵੇਸ਼ ਕਰਾ ਲਓ, ਕੋਈ ਗੱਲ ਨਹੀਂ। ਸੱਪ ਦੇ ਮੂੰਹ ਵਿੱਚ ਉਂਗਲੀ ਪਾ ਦਿਓ, ਸੱਪ ਦਾ ਡੰਗ ਮਰਵਾ ਲਵੋ, ਕੋਈ ਨੁਕਸਾਨ ਨਹੀਂ, ਬਹੁਤਾ ਵੱਡਾ ਨੁਕਸਾਨ ਨਾ ਇਸ ਨੂੰ ਗਿਣੀਏ। ਇਸ ਤੋਂ ਬਾਅਦ ਵੀ ਉਹ ਕਹਿੰਦੇ ਗਿਰਤੇ ਗਿਰੀਏ ਅੱਗ ਮੇ ਜਰੀਏ, ਪਹਾੜੀ ਤੋਂ ਛਾਲ ਮਾਰ ਦੇਣੀ, ਅੱਗ ਦੇ ਵਿੱਚ ਸੜ ਜਾਣਾ, ਇਹ ਵੀ ਕਹਿੰਦੇ ਛੋਟੀ ਗੱਲ ਹੈ। ਉਹਨਾਂ ਨੇ ਅੱਗੇ ਬਚਨ ਕੀਤੇ, ਕਹਿੰਦੇ ਆਰੀ ਕੇ ਘਾਵ ਤੋਂ ਅਨੇਕ ਸਹੀਜੈ। ਆਰੀ ਦੇ ਘਾਵ ਜਿਹੜੇ ਆਰਾ ਵੀ ਸੀਸ ਤੇ ਚੱਲ ਜਾਏ, ਕਹਿੰਦੇ ਇਹ ਵੀ ਸਮਝੋ ਵੀ ਛੋਟੀ ਗੱਲ ਹੈ, ਇਹਨੂੰ ਵੀ ਆਪਣਾ ਬਹੁਤਾ ਨੁਕਸਾਨ ਨਾ ਸਮਝੀਏ। ਕਹਿੰਦੇ ਏਤੇ ਤੋਂ ਕਸ਼ਟ ਅਨੰਤ ਸਹੋ, ਇਹਦੇ ਨਾਲ ਬਹੁਤਾ ਕਸ਼ਟ ਨਹੀਂ ਹੋਵੇਗਾ। ਵੇਖੋ ਸ਼ੇਰ ਦੀ ਗੁਫਾ ਵਿੱਚ ਕੋਈ ਧਸ ਗਿਆ, ਸ਼ੇਰ ਨੇ ਖਾ ਗਿਆ, ਬਹੁਤਾ ਕਸ਼ਟ ਨਹੀਂ ਆਇਆ। ਤੇ ਬਿਸ਼ੂਏ ਨੇ ਡੰਗ ਮਾਰ ਦਿੱਤਾ, ਥੋੜ੍ਹੇ ਸਮੇਂ ਉਹਦਾ ਕਸ਼ਟ ਰਹੇਗਾ, ਜਾਂ ਤਾਂ ਕੋਈ ਵੈਦ ਹੋਵੇ ਚੰਗਾ, ਕੋਈ ਡਾਕਟਰ ਹੋਵੇ, ਇਲਾਜ ਵੀ ਹੋ ਸਕਦਾ, ਨਹੀਂ ਤਾਂ ਬਹੁਤਾ ਉਹਦਾ ਦਰਦ ਨਹੀਂ ਹੁੰਦਾ, ਬਹੁਤਾ ਕਸ਼ਟ ਨਹੀਂ ਹੁੰਦਾ। ਤੇ ਇਸੇ ਤਰ੍ਹਾਂ ਹੈ, ਕਹਿੰਦੇ ਕੰਨ ਵਿੱਚ ਖਜੂਰਾ ਪ੍ਰਵੇਸ਼ ਕਰ ਜਾਏ, ਉਹਦਾ ਵੀ ਬਹੁਤਾ ਦਰਦ ਨਹੀਂ, ਬਹੁਤਾ ਕਸ਼ਟ ਨਹੀਂ ਹੁੰਦਾ, ਥੋੜ੍ਹਾ ਕਸ਼ਟ ਹੈ। ਸੱਪ ਡੰਗ ਮਾਰ ਦੇਵੇ, ਉਹਦਾ ਵੀ ਕਸ਼ਟ ਬਹੁਤਾ ਨਹੀਂ। ਸਰੀਰ 'ਤੇ ਆਰਾ ਚੱਲ ਜਾਏ, ਉਹਦਾ ਵੀ ਕਸ਼ਟ ਕੁਝ ਸਮੇਂ ਵਾਸਤੇ ਹੋਵੇਗਾ, ਸਰੀਰ ਚੀਰਿਆ ਗਿਆ ਸ਼ਾਂਤ ਹੋ ਜਾਏਗਾ।
ਤੇ ਇਸੇ ਤਰ੍ਹਾਂ ਅੱਗ ਦੇ ਵਿੱਚ ਸੜਨ ਦੇ ਨਾਲ ਵੀ ਬਹੁਤਾ ਕਸ਼ਟ ਨਹੀਂ। ਸਭ ਤੋਂ ਵੱਧ ਕਸ਼ਟ ਕਿਹੜਾ ਹੈ? ਕਹਿੰਦੇ ਆਰੀ ਕੇ ਘਾਵ ਤੋਂ ਅਨੇਕ ਸਹੀਜੈ, ਏਤੇ ਕਸ਼ਟ ਅਨੰਤ ਸਹੋ, ਮੂਰਖ ਮੀਤ ਕੋ ਸੰਗ ਨਾ ਕੀਜੈ। ਮੂਰਖ ਮਿੱਤਰ ਦੀ ਕੁਸੰਗਤ ਕਰਨ ਦੇ ਨਾਲੋਂ ਕਹਿੰਦੇ ਇਹ ਕਸ਼ਟ ਸਹਿਣ ਕਰ ਲੈਣੇ ਚਾਹੀਦੇ ਨੇ, ਪਰ ਮੂਰਖ ਦੀ ਸੰਗਤ ਨਹੀਂ ਕਦੇ ਕਰਨੀ ਚਾਹੀਦੀ। ਕਿੰਨੀ ਬੁਰੀ ਹੋਵੇਗੀ, ਕਿੰਨੀ ਨੁਕਸਾਨਦਾਇਕ ਹੋਏਗੀ ਕੁਸੰਗਤ ਕਰਨੀ। ਇੱਕ ਮੂਰਖ ਮਿੱਤਰ ਦੀ ਸੰਗਤ ਕਰਨੀ ਕਿੰਨੀ ਨੁਕਸਾਨਦਾਇਕ ਹੈ, ਜਿਸ ਤੋਂ ਕਵੀ ਜੀ ਨੇ ਕਿੰਨਾ ਦੂਰ ਰਹਿਣ ਲਈ ਆਖਿਆ। ਕਹਿੰਦੇ ਜਿੰਨੇ ਮਰਜ਼ੀ ਕਸ਼ਟ ਆਪਣੇ ਸਰੀਰ 'ਤੇ ਸਹਿਣ ਕਰੋ, ਪਰ ਮੂਰਖ ਦੀ ਕਦੇ ਵੀ ਕੁਸੰਗਤ ਨਾ ਕਰੋ। ਇਸੇ ਕਰਕੇ ਕਬੀਰ ਸਾਹਿਬ ਜੀ ਨੇ ਕਿਹਾ, ਕਬੀਰ ਸਾਗਤ ਸੰਗ ਨਾ ਕੀਜੀਐ, ਦੂਰਹਿ ਜਾਈਐ ਭਾਗ। ਦੂਰੋਂ ਹੀ ਪਾਸੇ ਹੋ ਜਾਣਾ ਚਾਹੀਦਾ, ਕਦੇ ਉਹਦੀ ਸੰਗਤ ਨਹੀਂ ਕਰਨੀ ਚਾਹੀਦੀ। ਜ਼ਿੰਦਗੀ ਦੇ ਕਲੰਕ ਲੱਗ ਜਾਂਦਾ ਹੈ, ਐਸਾ ਕਲੰਕ, ਐਸਾ ਦੋਸ਼ ਲੱਗਦਾ ਕਿ ਸਾਰੀ ਉਮਰ ਮਨੁੱਖ ਨੂੰ ਕਸ਼ਟ ਸਹਿਣਾ ਪੈਂਦਾ, ਸਾਰੀ ਉਮਰ। ਐਸੀ ਭਾਈ ਕੁਸੰਗਤ ਤਿਆਗ ਕਰਕੇ ਗੁਰੂ ਕੀ ਸੰਗਤ ਕਰਨੀ ਚਾਹੀਦੀ ਹੈ। ਚੰਗੇ ਸੰਤ ਮਹਾਤਮਾ ਪੁਰਸ਼ ਹਨ, ਜਿਹੜੇ ਗੁਰਸਿੱਖ ਹਨ, ਉਹਨਾਂ ਦੀ ਸੰਗਤ ਕਰਨੀ ਚਾਹੀਦੀ ਹੈ। ਅਰਦਾਸ ਦੇ ਵਿੱਚ ਵੀ ਆਪਾਂ ਰੋਜ਼ਾਨਾ ਹੀ ਬਚਨ ਪੜ੍ਹਨੇ ਆ। ਅਖੀਰ 'ਤੇ ਜਾ ਕਰਕੇ ਜਦੋਂ ਬਚਨ ਕਹਿੰਦੇ ਹਾਂ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੇ, ਕਿ ਪਰਮੇਸ਼ਰ ਸਾਨੂੰ ਉਹਨਾਂ ਦੀ ਸੰਗਤ ਬਖਸ਼ਿਸ਼ ਕਰੋ, ਉਹਨਾਂ ਦਾ ਮੇਲ ਮਿਲਾਪ ਬਖਸ਼ੋ ਜਿਨ੍ਹਾਂ ਦੇ ਨਾਲ ਮਿਲ ਕਰਕੇ ਤੇਰਾ ਨਾਮ ਚੇਤੇ ਆਵੇ ਸਾਨੂੰ। ਇਸ ਕਰਕੇ ਸੰਤ ਸੰਗਤ ਰਾਮ ਹਿਰਦੈ ਵਸਾਈ। ਕਬੀਰ ਸਾਹਿਬ ਜੀ ਕਹਿੰਦੇ ਅਸੀਂ ਸਤ ਸੰਗਤ ਨੂੰ ਜੋ ਕਿ ਗ੍ਰਹਿਣ ਕਰਕੇ, ਪ੍ਰਾਪਤ ਕਰਕੇ ਪ੍ਰਮਾਤਮਾ ਨੂੰ ਹਿਰਦੇ ਵਿੱਚ ਵਸਾਇਆ ਹੈ, ਪ੍ਰਮਾਤਮਾ ਦਾ ਨਾਮ ਜਪਣਾ ਕੀਤਾ ਹੈ। ਜੋ ਕਬੀਰ ਸਾਹਿਬ ਜੀ ਨੇ ਸਮੁੱਚੇ ਰੂਪ ਵਿੱਚ ਸ਼ਬਦ ਦੀ ਬਖਸ਼ਿਸ਼ ਕੀਤੀ ਹੈ, ਸਿੱਖਿਆ ਬਖਸ਼ਿਸ਼ ਕੀਤੀ ਹੈ, ਸ਼ਰਧਾ ਭਾਵਨਾ ਦੇ ਨਾਲ ਸਰਵਣ ਕਰੀਏ। ਇਹ ਸ਼ਬਦ ਦਾ ਕੇਂਦਰੀ ਭਾਵ ਜੋ ਆਪਾਂ ਨੇ ਸਰਵਣ ਕੀਤਾ ਹੈ, ਜੋ ਸ਼ਬਦ ਦਾ ਭਾਵ ਹੈ, ਜੋ ਕਬੀਰ ਸਾਹਿਬ ਜੀ ਕਹਿਣਾ ਚਾਹੁੰਦੇ ਹਨ ਕਿ ਭਾਈ ਸਤ ਸੰਗਤ ਹੀ ਸਭ ਤੋਂ ਵੱਡੀ ਹੈ। ਸਤ ਸੰਗਤ ਦੇ ਵਿੱਚ ਜਪਿਆ ਹੋਇਆ ਨਾਮ, ਇਹ ਸਾਡੇ ਜੀਵਨ ਦੀ ਸਫਲਤਾ ਹੈ। ਹੋਰਨਾਂ ਭਰਮਾਂ ਵਿੱਚ ਨਹੀਂ ਪੈਣਾ ਚਾਹੀਦਾ, ਜ਼ਿੰਦਗੀ ਵਿਅਰਥ ਚਲੀ ਜਾਏਗੀ। ਉਹਨਾਂ ਸਭਨਾਂ ਦੇ ਬਾਰੇ ਨਾਮ ਲੈ ਕਰਕੇ ਦੱਸਣਾ ਕੀਤਾ ਕਿ ਕਿੰਨੇ ਕਿੰਨੇ ਵੱਡੇ ਅਵਤਾਰ ਹੋਏ ਹਨ, ਉਹਨਾਂ ਦੀ ਸੰਗਤ ਕਰਨ ਦਾ ਵੀ ਬਹੁਤਾ ਲਾਭ ਨਹੀਂ ਹੈ। ਆਓ ਸ਼ਰਧਾ ਅਤੇ ਭਾਵਨਾ ਦੇ ਨਾਲ ਸਰਵਣ ਕਰੀਏ। ਸਰਬੱਤਰ ਮਾਈ ਭਾਈ ਗੁਰੂ ਸਾਹਿਬ ਜੀ ਨੂੰ ਸੀਸ ਝੁਕਾ ਕਰਕੇ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਧਨਾਸਰੀ। ਬਾਣੀ ਭਗਤ ਕਬੀਰ ਜੀ ਕੀ। ਧਨਾਸਰੀ ਰਾਗ ਹੈ। ਕਬੀਰ ਸਾਹਿਬ ਜੀ ਦੀ ਰਚਨਾ ਦੁਆਰਾ ਇਹ ਉਚਾਰਨ ਕੀਤਾ ਗਿਆ ਸ਼ਬਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਥੇ ਮੰਗਲ ਕੀਤਾ ਹੈ। ਇਹ ਗੁਰੂ ਅਰਜਨ ਦੇਵ ਸਾਹਿਬ ਜੀਆਂ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਲਿਖਵਾਇਆ, ਭਾਈ ਗੁਰਦਾਸ ਜੀ ਨੂੰ ਲਿਖਾਰੀ ਲਗਾ ਕਰਕੇ, ਉਸ ਵਕਤ ਇਹ ਮੰਗਲ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਿੱਚ ਦਰਜ ਕੀਤੇ ਹਨ। ਇਹ ਮੰਗਲ ਸ਼ਬਦ ਦੇ ਵਿੱਚ ਦਰਜ ਕੀਤਾ ਹੈ। ਇੱਕ ਓੰਕਾਰ, ਇੱਕ ਪਰਮਾਤਮਾ ਅਦੁੱਤੀ, ਜਿਸ ਵਰਗਾ ਦੂਜਾ ਕੋਈ ਨਹੀਂ, ਅਦਵੈਤ ਸਰੂਪ ਹੈ। ਉਹ ਕਿਸੇ ਦੇ ਨਾਲ ਦੁਐਸ਼ ਨਹੀਂ ਰੱਖਦਾ ਹੈ। ਸਤਿਗੁਰ ਪ੍ਰਸਾਦ, ਉਹ ਸਤ ਚੇਤਨ ਆਨੰਦ ਪ੍ਰਸਾਦ ਹੈ ਤੇ ਸਦਾ ਰਹਿਣ ਵਾਲਾ ਹੈ ਤੇ ਪ੍ਰਸਿੱਧ ਹੈ। ਗੁਰੂ ਦੀ ਕਿਰਪਾ ਨਾਲ ਉਸ ਦੀ ਪ੍ਰਾਪਤੀ ਹੁੰਦੀ ਹੈ। ਓੰਕਾਰ ਦਾ ਭਾਵ ਹੁੰਦਾ ਹੈ ਉਚਾਰਨੇ ਮਾਤਰ ਸੇ ਰੱਖਿਆ ਕਰਨ ਵਾਲਾ, ਸਾਰਿਆਂ ਦਾ ਪ੍ਰਕਾਸ਼ ਰੂਪ ਤੇ ਸਰਬ ਵਿਆਪਕ ਹੈ। ਸਨਕ ਸਨੰਦ ਮਹੇਸ਼ ਸਮਾਨਾ, ਸੇਖ ਨਾਗ ਤੇਰ ਮਰਮ ਨ ਜਾਨਾ। ਸਨਕ, ਸਨੰਦ, ਸਨਾਤਨ ਤੇ ਸੰਤ ਕੁਮਾਰ, ਇਹ ਚਾਰ ਪੁੱਤਰ ਹੋਏ ਨੇ ਬ੍ਰਹਮਾ ਦੇ। ਬ੍ਰਹਮਾ ਦੇ ਪੁੱਤਰ ਮੰਨੇ ਜਾਂਦੇ ਹਨ ਸਨਕ, ਸਨੰਦ, ਸਨਾਤਨ ਅਤੇ ਸੰਤ ਕੁਮਾਰ। ਇਹ ਚੌਹਾਂ ਪੁੱਤਰਾਂ ਨੇ ਕਹਿੰਦੇ ਜਦੋਂ ਜਨਮ ਲਿਆ ਨਾ ਤੇ ਇਹ 5 ਸਾਲ ਦੀ ਉਮਰ ਹੋਈ ਸੀ ਤੇ ਬ੍ਰਹਮਾ ਜੀ ਦੇ ਪਾਸ ਇੱਕ ਦਿਨ ਬੈਠੇ ਤੇ ਬ੍ਰਹਮਾ ਜੀ ਕਹਿਣ ਲੱਗੇ, ਪੁੱਤਰ ਜੀ ਅਸੀਂ ਰਾਜ ਭਾਗ ਤੁਹਾਨੂੰ ਦੇ ਦੇਣਾ, ਵੱਡੇ ਹੋ ਜਾਓਗੇ ਰਾਜ ਭਾਗ ਤੁਹਾਨੂੰ ਮਿਲ ਜਾਏਗਾ, ਮੈਂ ਤਿਆਗ ਦੇਣਾ ਸਭ ਕੁਝ, ਇਹ ਰਾਜ ਨਹੀਂ ਮੈਂ ਸੰਭਾਲ ਕੇ ਰੱਖਣਾ, ਇਹ ਜ਼ਿੰਮੇਵਾਰੀਆਂ ਤੁਹਾਨੂੰ ਦੇ ਦੇਣੀਆਂ। ਇਹ ਸਾਰਿਆਂ ਨੇ ਮਿਲ ਕੇ ਸਲਾਹ ਕੀਤੀ ਵੀ ਕੋਈ ਕਾਰਨ ਜ਼ਰੂਰ ਹੋਏਗਾ, ਇਹ ਰਾਜ ਭਾਗ ਦੇ ਵਿੱਚ ਸੁੱਖ ਨਹੀਂ ਹੈ। ਜਿਹੜੇ ਆਪਣੇ ਪਿਤਾ ਜੀ ਕਹਿ ਰਹੇ ਨੇ ਮੈਂ ਤਿਆਗ ਦੇਣਾ ਹੈ, ਆਪਾਂ ਵੱਡੇ ਹੋਣਾ ਹੀ ਨਹੀਂ।
ਕਹਿੰਦੇ ਉਹਨਾਂ ਨੇ ਉਸੇ ਦਿਨ ਹੀ ਪਰਨ ਕਰ ਲਿਆ ਵੀ 5 ਸਾਲ ਦੀ ਉਮਰ ਤੱਕ ਹੀ ਅਸੀਂ ਰਿਹਾ ਕਰਨਾ, ਤੇ ਜਿੰਨੇ ਵੀ ਜਨਮ ਧਾਰੀਏ 5 ਸਾਲ ਦੀ ਉਮਰ ਰੱਖ ਕੇ ਤੇ ਸਰੀਰ ਤਿਆਗ ਦਿਆ ਕਰਨਾ। ਇੰਨੀ ਕੁ ਉਮਰ ਰੱਖਦੇ ਸਨ, ਕਹਿੰਦੇ ਸਰੀਰ ਤਿਆਗ ਦਿੰਦੇ ਸਨ। ਇਹ ਪੁਰਾਤਨ ਗ੍ਰੰਥਾਂ ਦੇ ਵਿੱਚ ਇੱਦਾਂ ਦਾ ਜ਼ਿਕਰ ਮਿਲਦਾ ਹੈ। ਕਹਿੰਦੇ ਐਸੇ ਜਿਹੜੇ ਸਨਕ, ਸਨੰਦ, ਸਨਾਤਨ ਤੇ ਸੰਤ ਕੁਮਾਰ ਬ੍ਰਹਮਾ ਦੇ ਪੁੱਤਰ ਹਨ, ਇਹਨਾਂ ਨੇ ਵੀ ਕਹਿਣਾ ਕੀਤਾ ਵੀ ਅਸੀਂ ਬੰਦਗੀ ਕਰਨੀ, ਛੋਟੀ ਉਮਰ ਵਿੱਚ ਰਹਿ ਕਰਕੇ ਦੁਨੀਆ ਦੇ ਜੰਜਾਲਾਂ ਵਿੱਚ ਨਹੀਂ ਪੈਣਾ, ਪ੍ਰਮਾਤਮਾ ਦੇ ਗੁਣ ਗਾਉਣੇ ਨੇ। ਗੁਣ ਗਾਉਂਦਿਆਂ ਉਹਨਾਂ ਵੀ ਪ੍ਰਮਾਤਮਾ ਦਾ ਅੰਤ ਨਹੀਂ ਪਾਇਆ। ਤੇ ਮਹੇਸ਼ ਸਮਾਨਾ, ਮਹੇਸ਼ ਸ਼ਿਵ ਜੀ ਵਰਗਿਆਂ ਨੇ ਕਿੰਨੀ ਕਿੰਨੀ ਲੰਮੀ ਸਮਾਧੀ ਲਾ ਕਰਕੇ ਸ਼ਿਵ ਜੀ ਰੱਖਦਾ ਸੀ। ਭੱਟਾਂ ਨੇ ਆਪਣੀ ਬਾਣੀ ਦੇ ਅੰਦਰ ਜ਼ਿਕਰ ਕੀਤਾ। ਗੁਰੂ ਅਮਰਦਾਸ ਸਾਹਿਬ ਜੀ ਦੀ ਮਹਿਮਾ ਕਰਦਿਆਂ ਉਹਨਾਂ ਨੇ ਸ਼ਿਵ ਜੀ ਦਾ ਜ਼ਿਕਰ ਕੀਤਾ, ਵਿੱਚ ਸ਼ਿਵ ਜੀ ਦੀ ਸਮਾਧੀ ਦਾ ਜ਼ਿਕਰ ਕੀਤਾ। ਆਪਾਂ ਬਚਨ ਪੜ੍ਹਦੇ ਹਾਂ, ਘਨ ਹਰ ਬੂੰਦ ਬਸੋ ਰੋ ਮਾਵਲ, ਕੁਸਮ ਬਸੰਤ ਗਨੰਤ ਨ ਆਵੈ, ਰਾਵਸਸ ਕਿਰਨ ਉਦਰ ਸਾਗਰ ਕੋ, ਗੰਗ ਤਰੰਗ ਅੰਤ ਕੋ ਪਾਵੈ, ਰੁਦਰ ਧਿਆਨ ਗਿਆਨ ਸਤਿਗੁਰ ਕੇ, ਕਬ ਜਨ ਭਲ ਉਨਹਿ ਜੋ ਗਾਵੈ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੈ। ਇਸ ਸ਼ਬਦ ਦੇ ਅੰਦਰ ਜਿਹੜਾ ਬਚਨ ਆਉਂਦਾ ਰੁਦਰ ਧਿਆਨ, ਰੁਦਰ ਨਾਮ ਸ਼ਿਵ ਜੀ ਦਾ ਹੈ। ਕਹਿੰਦੇ ਰੁਦਰ ਧਿਆਨ ਗਿਆਨ ਸਤਿਗੁਰ ਕੇ, ਗੁਰੂ ਦੇ ਗਿਆਨ ਦਾ ਤੇ ਸ਼ਿਵ ਜੀ ਦੀ ਸਮਾਧੀ ਦਾ ਕਹਿੰਦੇ ਕੋਈ ਅੰਤ ਨਹੀਂ। ਬੜੀ ਬੜੀ ਲੰਮੀ ਸਮਾਧੀ ਸ਼ਿਵ ਜੀ ਲਗਾ ਕਰਕੇ ਰੱਖਦਾ ਸੀ, ਫਿਰ ਵੀ ਕਹਿੰਦੇ ਸ਼ਿਵ ਜੀ ਵਰਗਿਆਂ ਨੇ ਪਰਮਾਤਮਾ ਦਾ ਅੰਤ ਨਹੀਂ ਪਾਇਆ। ਗੁਰੂ ਨਾਨਕ ਦੇਵ ਸਾਹਿਬ ਜੀਆਂ ਨੇ ਵੀ ਬਚਨ ਕਹਿ ਦਿੱਤਾ। ਕਿਸੇ ਪੁੱਛਿਆ ਕਿ ਸਾਨੂੰ ਜੀ ਪਰਮਾਤਮਾ ਬਾਰੇ ਕਥਨ ਕਰਕੇ ਸੁਣਾਓ ਮੁਕੰਮਲ ਰੂਪ ਵਿੱਚ। ਗੁਰੂ ਨਾਨਕ ਦੇਵ ਸਾਹਿਬ ਜੀ ਕਹਿੰਦੇ ਪਰਮਾਤਮਾ ਬੜਾ ਬੇਅੰਤ ਹੈ, ਮੈਂ ਅਕਥ ਨਾ ਕਥਨਾ ਜਾਈ, ਮੈਂ ਨਹੀਂ ਅਕਥ ਕਰ ਸਕਦਾ, ਉਹ ਕਥਨ ਤੋਂ ਰਹਿਤ ਹੈ। ਮੈਂ ਅਕਥ ਨਾ ਕਥਨਾ ਜਾਈ, ਮੈਂ ਅਕਥ ਪਰਮੇਸ਼ਰ ਨੂੰ ਨਹੀਂ ਕਥਨ ਕਰ ਸਕਦਾ। ਇੱਕ ਜੀਵ ਹੈ ਤੇ ਉਹਦੇ ਗੁਣ ਬੇਅੰਤ ਹਨ, ਕਿਵੇਂ ਕਥਨ ਹੋ ਸਕਦੇ ਨੇ। ਜਿਹਵਾ ਏਕ ਕਵਨ ਗੁਣ ਕਹੀਐ, ਬੇਸ਼ੁਮਾਰ ਬੇਅੰਤ ਸੁਆਮੀ, ਤਿਰਵੰਤ ਨਾ ਕਿਨਹੀ ਲਹੀਐ। ਤੂੰ ਬੇਸ਼ੁਮਾਰ ਹੈ, ਬੇਸ਼ੁਮਾਰ ਗਿਣਤੀ ਤੋਂ ਰਹਿਤ ਹੈ, ਤੇਰਾ ਕੋਈ ਅੰਤ ਨਹੀਂ। ਜਿਹਵਾ ਏਕ ਕਵਨ ਗੁਣ ਕਹੀਐ, ਜੀਵ ਇੱਕ ਹੈ, ਕਿਹੜੇ ਕਿਹੜੇ ਗੁਣ ਕਥਨ ਕਰੇਗੀ, ਤੂੰ ਬੇਅੰਤ ਹੈ। ਸ਼ੇਖ ਨਾਗ ਤੇਰੋ ਮਰਮ ਨਾ ਲਹੀਐ, ਸ਼ੇਖ ਨਾਗ ਹੈ ਜਿਹੜਾ, ਇਹਦੇ 1000 ਮੂੰਹ ਮੰਨੇ ਜਾਂਦੇ ਨੇ। ਹਜ਼ਾਰਾਂ ਮੂੰਹਾਂ ਵਾਲਾ ਸ਼ੇਖ ਨਾਗ ਜਿਹੜਾ ਇਹ ਵਿਸ਼ਨੂੰ ਦਾ ਛਾਂ ਕਰਤਾ ਮੰਨਿਆ ਜਾਂਦਾ। ਵਿਸ਼ਨੂੰ ਦੇ ਉੱਪਰ ਇਹਨੂੰ ਛਾਂ ਕਰਨ ਦੀ ਡਿਊਟੀ ਲੱਗੀ ਹੋਈ ਹੈ। ਆਪਣੀ ਫਣ ਦੇ ਨਾਲ ਕਹਿੰਦੇ ਵਿਸ਼ਨੂੰ ਦੇ ਸਿਰ ਉੱਪਰ ਛਾਂ ਕਰਦਾ ਹੈ। ਸ਼ੇਖ ਨਾਗ ਤੇਰੋ ਮਰਮ ਨਾ ਜਾਨਾ, ਰੋਜ਼ਾਨਾ ਹੀ ਆਪਣੀ ਇੱਕ ਜੀਭਾ ਦੇ ਨਾਲ ਹਜ਼ਾਰਾਂ ਵਾਰੀ ਪਰਮਾਤਮਾ ਦਾ ਨਾਮ ਬਦਲ ਬਦਲ ਕੇ ਰਹਿੰਦਾ ਹੈ। ਪਰਮਾਤਮਾ ਦੇ ਨਾਮਾਂ ਦਾ ਅੰਤ ਨਹੀਂ ਇਸ ਤੋਂ ਪਿਆ। ਐਸਾ ਉਹ ਬੇਅੰਤ ਪਰਮਾਤਮਾ ਹੈ। ਸ਼ੇਖ ਨਾਗ ਤੇਰੋ ਮਰਮ ਨਾ ਜਾਨਾ, ਨਾਗਾਂ ਦਾ ਜਿਹੜਾ ਮੁਖੀ ਹੈ ਉਹਦਾ ਨਾਮ ਸ਼ੇਖ ਨਾਗ ਹੈ। ਉਹਨੇ ਵੀ ਕਹਿੰਦੇ ਪਰਮਾਤਮਾ ਵਾਹਿਗੁਰੂ ਅਕਾਲ ਪੁਰਖ ਦਾ ਅੰਤ ਨਹੀਂ ਪਾਇਆ ਹੈ। ਸੰਤ ਸੰਗਤ ਰਾਮ ਹਿਰਦੈ ਬਸਾਈ, ਰਹਾਉ, ਰਹਾਉ ਦੇ ਬੰਦ ਅੰਦਰ ਕਬੀਰ ਸਾਹਿਬ ਜੀ ਕਹਿੰਦੇ ਇਸੇ ਕਰਕੇ ਭਾਈ ਅਸੀਂ ਪਰਮਾਤਮਾ ਦੇ ਸੰਤ ਜਨ ਜਿਹੜੇ ਉਸ ਦੇ ਗੁਣ ਗਾਉਂਦੇ ਹਨ, ਆਨੰਦ ਮਾਣਦੇ ਨੇ, ਅੰਤ ਪਾਉਣ ਵਾਸਤੇ ਨਹੀਂ ਤੁਰੇ ਹੋਏ, ਆਨੰਦ ਮਾਣਦੇ ਨੇ। ਉਹਨਾਂ ਦੀ ਸੰਗਤ ਵਿੱਚ ਰਹਿ ਕਰਕੇ ਨਾਮ ਨੂੰ ਜਪਣਾ ਕਰਦੇ ਹਾਂ। ਹਨੂਮਾਨ ਸਰ ਗਰੜ ਸੁਮਾਨਾ, ਸੁਰਪਤ ਨਰਪਤ ਨਹੀਂ ਗੁਣ ਜਾਨਾ। ਹਨੂਮਾਨ ਰਾਮਚੰਦਰ ਦਾ ਸੇਵਕ ਹੋਇਆ। ਰਾਮਚੰਦਰ ਦੇ ਸੇਵਕ ਹਨੂਮਾਨ ਨੇ ਵੀ ਪਰਮਾਤਮਾ ਦਾ ਅੰਤ ਨਹੀਂ ਪਾਇਆ। ਤੇ ਗਰੜ ਸਮਾਨਾ, ਵਿਸ਼ਨੂੰ ਦੀ ਸਵਾਰੀ ਹੈ ਗਰੜ, ਪੰਛੀਆਂ ਦੇ ਵਿੱਚੋਂ ਜਿਹੜਾ ਮੁਖੀ ਮੰਨਿਆ ਜਾਂਦਾ ਗਰੜ ਪੰਛੀ ਨੂੰ। ਵਿਸ਼ਨੂੰ ਦੀ ਸਵਾਰੀ ਗਰੜ ਨੇ ਵੀ ਪਰਮਾਤਮਾ ਦਾ ਅੰਤ ਨਹੀਂ ਪਾਇਆ। ਹਨੂਮਾਨ ਨੇ ਵੀ ਅੰਤ ਨਹੀਂ ਪਾਇਆ ਅਤੇ ਇਹਨਾਂ ਦੇ ਸੇਵਕਾਂ ਨੇ ਵੀ ਨਹੀਂ ਪਾਇਆ ਹੈ। ਸੁਰਪਤ ਜਿਹੜੇ ਦੇਵਤਿਆਂ ਦੇ ਮੁਖੀ ਹਨ, ਬ੍ਰਹਮਾ ਜੀ ਵਰਗੇ ਦੇਵਤਿਆਂ ਦੇ ਮੁਖੀ ਮੰਨੇ ਜਾਂਦੇ ਨੇ, ਇੰਦਰ ਵਰਗੇ, ਇਹਨਾਂ ਸਭਨਾਂ ਨੇ ਅੰਤ ਨਹੀਂ ਪਾਇਆ ਹੈ। ਜੰਜਾਲਾਂ ਦੇ ਵਿੱਚ ਉਲਝੇ ਰਹਿ ਗਏ। ਜੇਕਰ ਇੰਦਰ ਦੇਵਤੇ ਦੀਆਂ ਕਰਤੂਤਾਂ ਕਹਿ ਲਈਏ, ਭਾਵ ਕਿਤੇ ਕੰਮ ਪੜ੍ਹੀਏ ਨਾ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਦਰਜ ਨੇ। ਇੰਦਰ ਦੇਵਤੇ ਨੂੰ ਸਵਰਗਾਂ ਦਾ ਰਾਜਾ ਮੰਨਿਆ ਜਾਂਦਾ। ਸਾਧ ਸੰਗਤ ਜੀ, ਆਪਣੇ ਵਿੱਚੋਂ ਕੋਈ ਪਰਿਵਾਰ ਤੋਂ ਚੜ੍ਹਾਈ ਕਰ ਜਾਏ, ਆਪਾਂ ਕਹਿੰਦੇ ਸਵਰਗਵਾਸੀ। ਇਹੀ ਵਚਨ ਹੁੰਦੇ ਨਾ, ਫਲਾਨਾ ਸਵਰਗਵਾਸੀ ਹੋ ਗਿਆ। ਨਹੀਂ ਭਾਈ, ਜਿੰਨਾ ਅੰਮ੍ਰਿਤ ਛਕਿਆ
ਕਦੇ ਵੀ ਉਹਨੂੰ ਸਵਰਗਵਾਸੀ ਨਹੀਂ ਕਹਿਣਾ ਚਾਹੀਦਾ। ਉਹ ਸਵਰਗਾਂ 'ਚ ਨਹੀਂ ਜਾਂਦਾ ਹੈ। ਜੇਕਰ ਆਪਾਂ ਕਹੀਏ ਉਹ ਸਵਰਗਾਂ 'ਚ ਜਾਂਦਾ ਹੈ, ਕਬੀਰ ਸਾਹਿਬ ਜੀ ਬਾਣੀ 'ਚ ਬਚਨ ਕਰਦੇ ਨੇ, ਕਬੀਰ ਨਰਕ ਸੁਰਗ ਤੇ ਮੈਂ ਰਹਿਓ ਸਤਿਗੁਰ ਕੈ ਪ੍ਰਸਾਦ। ਕਬੀਰ ਸਾਹਿਬ ਜੀ ਕਹਿੰਦੇ ਸ਼ੁਕਰ ਹੈ ਮੈਂ ਬਚ ਗਿਆ ਵਾਂ, ਸਵਰਗਾਂ ਵਿੱਚ ਵੀ ਨਹੀਂ ਮੈਨੂੰ ਜਾਣਾ ਪਿਆ। ਨਰਕਾਂ ਤੋਂ ਤਾਂ ਗੁਰਸਿੱਖ ਨੇ ਬਚਣਾ ਹੀ ਆ, ਸਵਰਗਾਂ ਦੀ ਇੱਛਾ ਵੀ ਨਹੀਂ ਰੱਖਣੀ। ਸੁਰਗ ਵਾਸਨਾ ਬਾਛੀ ਹੈ, ਡਰੀਏ ਨਾ ਨਰਕ ਨਿਵਾਸ। ਸਵਰਗਾਂ ਦਾ ਕਹਿੰਦੇ ਵਾਸਾ ਜਿਹੜਾ ਹੈ ਨਹੀਂ ਸੰਕਲਪ ਕਰਨਾ ਚਾਹੀਦਾ ਹੈ, ਨਹੀਂ ਆਸਾ ਰੱਖਣੀ ਚਾਹੀਦੀ ਮੈਂ ਸਵਰਗਾਂ ਵਿੱਚ ਜਾਵਾਂ, ਨਾ ਹੀ ਸਵਰਗਵਾਸੀ ਹੋਣਾ ਚਾਹੀਦਾ। ਕਿਉਂਕਿ ਜੇ ਸਵਰਗਾਂ ਬਾਰੇ ਪੜ੍ਹੀਏ ਤੇ ਜੇਕਰ ਆਉਂਦਾ ਹੈ ਹਿੰਦੂ ਮਤ ਦੇ ਅਨੁਸਾਰ, ਕਹਿੰਦੇ ਸਵਰਗਾਂ ਦਾ ਜਿਹੜਾ ਦੇਵਤਾ ਹੈ ਉਹ ਹੈ ਇੰਦਰ ਦੇਵਤਾ। ਸਵਰਗਾਂ ਦੇ ਵਿੱਚ ਕਹਿੰਦੇ ਬੜੀਆਂ ਅਪਸ਼ਰਾਂ ਹਨ, ਪਰੀਆਂ ਹਨ, ਤੇ ਉੱਥੇ ਅੰਗੂਰਾਂ ਦੀ ਸ਼ਰਾਬ ਚੱਲਦੀ ਹੈ। ਇਹੋ ਜਿਹੀਆਂ ਮਨੌਤਾਂ ਸਵਰਗਾਂ ਦੇ ਬਾਰੇ ਕਹੀਆਂ ਜਾਂਦੀਆਂ ਨੇ। ਉੱਥੇ ਅਪਸ਼ਰਾਂ ਦਾ ਨਾਚ ਕਹਿੰਦੇ ਬੜਾ ਸੁੰਦਰ ਹੁੰਦਾ ਹੈ। ਗੁਰਸਿੱਖ ਨੇ ਤਾਂ ਇੱਥੇ ਨਾਚ ਨਹੀਂ ਵੇਖਣਾ, ਗੁਰੂ ਨੇ ਮਨਾ ਕੀਤਾ ਹੈ ਨਾਚ ਗਾਣਾ ਵੇਖਣ ਤੋਂ। ਮੇਰੇ ਮੋਹਨ ਸ਼ਰਵਣੀ ਇਹ ਨਾ ਸੁਣਾਏ, ਸਾਕਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਅਜਾਏ। ਨਹੀਂ ਐਸੇ ਕਾਰਜ ਕਰਨੇ, ਆਰਕੈਸਟਰਿਆਂ ਨੂੰ ਨਹੀਂ ਵੇਖਣਾ, ਨੱਚਣਾ ਟੱਪਣਾ ਬਿਲਕੁਲ ਮਨਾ ਕੀਤਾ ਮਹਾਰਾਜ ਸੱਚੇ ਪਾਤਸ਼ਾਹ ਨੇ। ਇੱਥੇ ਸ਼ਰਾਬ ਪੀਣੀ ਮਨਾ ਕੀਤੀ ਹੈ। ਤੇ ਸਵਰਗਾਂ ਦੀ ਅੰਗੂਰਾਂ ਵਾਲੀ ਸ਼ਰਾਬ ਤੋਂ ਗੁਰਸਿੱਖ ਨੇ ਕੀ ਲੈਣਾ ਭਲਾ, ਬਿਲਕੁਲ ਮਨਾ ਹੈ। ਜਿਹੜਾ ਬੰਦਾ ਸ਼ਰਾਬ ਪੀਂਦਾ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਬਚਨ ਆਉਂਦਾ, ਆਪਾਂ ਕਿਸੇ ਨੂੰ ਕੰਜਰ ਕਹਿ ਦਈਏ, ਅਗਲਾ ਗੁੱਸਾ ਕਰ ਲੈਂਦਾ ਵੀ ਤੂੰ ਮੈਨੂੰ ਕੰਜਰ ਕਿਉਂ ਆਖਿਆ ਭਾਈ, ਇਹ ਮੈਨੂੰ ਗਾਲ ਦਿੱਤੀ ਹੈ। ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਚਨ ਆਉਂਦਾ, ਮਹਾਰਾਜ ਕਹਿੰਦੇ ਜਿਹੜਾ ਬੰਦਾ ਸ਼ਰਾਬ ਪੀਂਦਾ ਉਹ ਕੰਜਰ ਹੈ। ਦੁਰਮਤ ਮਦ ਜੋ ਪੀਵਤੇ ਬਿਖਲੀ ਪਤ ਕਮਲੀ। ਇਹਦੇ ਅਰਥ ਇਹ ਬਣਦੇ ਨੇ, ਕਹਿੰਦੇ ਖੋਟੀ ਮਤ ਕਰ ਦੇਣ ਵਾਲੀ ਸ਼ਰਾਬ ਜਿਹੜਾ ਬੰਦਾ ਪੀਂਦਾ ਹੈ, ਬਿਖਲੀ ਪਤ ਕਮਲੀ, ਉਹ ਵੇਸ਼ਵਾ ਦਾ ਪਤੀ ਹੈ। ਵੇਸ਼ਵਾ ਦਾ ਪਤੀ ਕੌਣ ਹੁੰਦਾ ਹੈ? ਕੰਜਰ। ਇਸ ਕਰਕੇ ਗੁਰਬਾਣੀ ਨੇ ਸਖਤ ਜੋ ਨਿਖੇਧੀ ਕੀਤੀ ਹੈ ਐਸੇ ਨਸ਼ੇ ਵਰਤਣ ਦੀ। ਹੋਰ ਵੀ ਜਿਹੜੇ ਨਸ਼ੇ ਹਨ ਉਹਨਾਂ ਤੋਂ ਦੂਰ ਰਹਿਣ ਦਾ ਜ਼ਿਕਰ ਕੀਤਾ। ਕਬੀਰ ਭੰਗ ਮਛਲੀ ਸੁਰਾ ਪਾਨ, ਜੋ ਜੋ ਪ੍ਰਾਨੀ ਖਾਹੇ, ਤੀਰਥ ਵਰਤ ਨੇਮ ਕੀਏ ਤੇ ਸਭੇ ਰਸਾਤਲ ਜਾਹੇ। ਕੋਈ ਨਸ਼ਾ ਗੁਰਸਿੱਖ ਨੇ ਨਹੀਂ ਵਰਤਣਾ। ਇਸ ਕਰਕੇ ਜੇ ਸਵਰਗਾਂ ਦੇ ਵਿੱਚ ਅੰਗੂਰਾਂ ਦੀ ਸ਼ਰਾਬ ਚੱਲਦੀ ਹੈ, ਗੁਰਸਿੱਖ ਨੂੰ ਤਾਂ ਇੱਥੇ ਮਨਾ ਕੀਤਾ, ਉੱਥੇ ਜਾ ਕਰਕੇ ਉਹਨੇ ਕੀ ਕਰਨਾ। ਤੇ ਫਿਰ ਜੇ ਮੁਖੀ ਦੀ ਗੱਲ ਕਰੀਏ, ਇੰਦਰ ਦੇਵਤਾ ਮੁਖੀ ਹੈ, ਤੇ ਮੁਖੀ ਦਾ ਕਾਰਨਾਮਾ ਗੁਰੂ ਸਾਹਿਬ ਜੀ ਨੇ ਬਚਨ ਕੀਤਾ। ਮਹਾਰਾਜ ਸੱਚੇ ਪਾਤਸ਼ਾਹ ਜੀ ਭੈਰੋ ਰਾਗ ਦੇ ਅੰਦਰ ਬਚਨ ਕਰਦੇ ਹਨ, ਕਹਿੰਦੇ ਗੋਤਮ ਤਪਾ ਅਹਿਲਿਆ ਇਸਤਰੀ, ਤਿਸ ਦੇਖ ਇੰਦਰ ਲੋਭਾਇਆ, ਸਹਿਸ ਸਰੀਰ ਚਿਹਨ ਭਗ ਹੋਏ ਤਾਂ ਮਨ ਪਛੋਤਾਇਆ। ਗੌਤਮ ਰਿਖੀ ਹੋਇਆ ਬੜਾ ਤਪਸਵੀ, ਉਸ ਦੀ ਘਰ ਵਾਲੀ ਸੀ, ਉਹਦਾ ਨਾਮ ਸੀ ਅਹਿਲਿਆ। ਉਸ ਨੂੰ ਦੇਖ ਕਰਕੇ ਮਾੜੀ ਨਿਗਾਹ ਦੇ ਨਾਲ ਇੰਦਰ ਦੇਵਤੇ ਨੇ ਕੁਕਰਮ ਕੀਤਾ। ਗੌਤਮ ਤਪਾ ਅਹਿਲਿਆ ਇਸਤਰੀ, ਤਿਸ ਦੇਖ ਇੰਦਰ ਲੋਭਾਇਆ, ਸਹਿਸ ਸਰੀਰ ਚਿਹਨ ਭਗ ਹੋਏ ਤਾਂ ਮਨ ਪਛੋਤਾਇਆ। ਇੰਦਰ ਦੇਵਤੇ ਨੇ ਆਪਣੇ ਤੇ ਕਲੰਕ ਲਾਇਆ ਮੰਦ ਕਰਮ ਕਰਕੇ, ਦੋਸ਼ ਲੱਗਾ, ਕਲੰਕਿਤ ਹੋ ਗਿਆ। ਜਿਸ ਥਾਂ ਦਾ ਰਾਜਾ ਹੀ ਕਲੰਕਿਤ ਹੈ ਤੇ ਗੁਰਸਿੱਖ ਨੇ ਉੱਥੇ ਕੀ ਲੈਣ ਜਾਣਾ, ਨਹੀਂ ਜਾਏਗਾ। ਤੇ ਇਸ ਕਰਕੇ ਗੁਰੂ ਪਾਤਸ਼ਾਹ ਜੀ ਸਾਨੂੰ ਕਹਿੰਦੇ ਨੇ ਕਿ ਭਾਈ ਸਵਰਗਾਂ ਦੇ ਵਿੱਚ ਨਹੀਂ ਜਾਂਦਾ ਹੈ। ਗੁਰਸਿੱਖ ਦਾ ਵਾਸਾ ਗੁਰੂ ਦੇ ਚਰਨਾਂ ਵਿੱਚ ਸੱਚਖੰਡ ਦੇ ਵਿੱਚ ਹੁੰਦਾ। ਸੱਚਖੰਡ ਵਸੈ ਨਿਰੰਕਾਰ, ਸੱਚਖੰਡ ਦੇ ਵਿੱਚ ਨਿਰੰਕਾਰ ਦਾ ਵਾਸਾ। ਤੇ ਜੋ ਵੀ ਗੁਰਸਿੱਖ ਹੈ ਉਹ ਗੁਰੂ ਦੇ ਚਰਨਾਂ ਵਿੱਚ ਜਾਂਦਾ ਹੈ। ਗੁਰਪੁਰੀ ਨੂੰ ਬਿਆਨਾ ਕਰਦੇ ਹਨ। ਗੁਰਪੁਰ ਵਾਸੀ ਕਹਿਣਾ ਚਾਹੀਦਾ, ਸਵਰਗਵਾਸੀ ਨਹੀਂ। ਜਿਹੜਾ ਗੁਰਸਿੱਖ ਹੈ ਉਹਦੇ ਵਾਸਤੇ ਲਫ਼ਜ਼ ਵਰਤਣੇ ਚਾਹੀਦੇ ਨੇ, ਗੁਰਪੁਰ ਵਾਸੀ, ਵੀ ਗੁਰੂ ਦੀ ਪੁਰੀ ਵਿੱਚ ਜਿਸ ਦਾ ਵਾਸਾ ਹੈ, ਸਵਰਗਵਾਸੀ ਨਹੀਂ ਹੈ। ਤੇ ਮਹਾਰਾਜ ਜੀ ਬਚਨ ਕਰਦੇ ਨੇ ਸੁਰਪਤ। ਦੇਵਤਿਆਂ ਦੇ ਜਿਹੜੇ ਮੁਖੀ ਹਨ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਵਰਗੇ, ਤੇ ਨਰਪਤ ਮਨੁੱਖਾਂ ਦੇ ਰਾਜੇ, ਨਹੀਂ ਗੁਣ ਜਾਣਾ, ਇਹਨਾਂ ਵੀ ਪਰਮੇਸ਼ਰ ਦੇ ਗੁਣਾਂ ਨੂੰ ਭਾਈ ਨਹੀਂ ਜਾਣਿਆ ਹੈ। ਇਹਨਾਂ ਵੀ ਬੇਅੰਤ ਬੇਅੰਤ ਕਥਨ ਕੀਤਾ। ਚਾਰ ਵੇਦ ਅਰ ਸਿਮਰਤ ਪ੍ਰਾਨਾ, ਕਮਲਾ ਪਦ ਕਵਲਾ ਨਹੀਂ ਜਾਣਾ। ਚਾਰ ਵੇਦ ਨੇ ਤੇ 27 ਸਿਮਰਤੀਆਂ ਹਨ, 6 ਸ਼ਾਸਤਰ ਹਨ, 18 ਪੁਰਾਣ ਹਨ। ਇਹਨਾਂ ਨੇ ਵੀ ਪਰਮਾਤਮਾ ਦੇ ਗੁਣ ਤਾਂ ਕਥਨ ਕੀਤੇ ਨੇ, ਅੰਤ ਨਹੀਂ ਪਾਇਆ। ਕਮਲਾ ਪਦ ਕਮਲਾ ਨਹੀਂ ਜਾਣਾ। ਲక్ష్ਮੀ ਅਤੇ ਲక్ష్ਮੀ ਦਾ ਪਤੀ, ਇਹਨਾਂ ਵੀ ਪਰਮਾਤਮਾ ਦਾ ਅੰਤ ਨਹੀਂ ਪਾਇਆ ਹੈ।
ਕਹੈ ਕਬੀਰ ਸੋ ਭਰਮੈ ਨਾਹੀ, ਪਗ ਲਗ ਰਾਮ ਰਹੈ ਸਰਨਾਹੀ। ਕਬੀਰ ਸਾਹਿਬ ਜੀ ਕਹਿੰਦੇ ਭਾਈ ਕਦੇ ਵੀ ਭਰਮ ਦੇ ਵਿੱਚ ਨਹੀਂ ਪੈਣਾ ਪੈਂਦਾ। ਕਦੋਂ? ਪਗ ਲਗ ਰਾਮ ਰਹਿ ਸਰਨਾਹੀ, ਜਦੋਂ ਪ੍ਰਮਾਤਮਾ ਦੀ ਚਰਨ ਸ਼ਰਨ ਵਿੱਚ ਆ ਜਾਈਏ ਕਿਸੇ ਤਰ੍ਹਾਂ ਦਾ ਭਰਮ ਰਹਿ ਹੀ ਨਹੀਂ ਜਾਂਦਾ, ਸਭ ਭਰਮ ਮਿਟ ਜਾਂਦੇ ਹਨ। ਇਹ ਜਿੰਨੇ ਵੀ ਰਿਸ਼ੀ ਮੁਨੀ ਪੀਰ ਪੈਗੰਬਰ ਹੋਏ ਹਨ, ਜਿਨ੍ਹਾਂ ਨੇ ਅੰਤ ਪਾਉਣ ਦਾ ਯਤਨ ਕੀਤਾ ਹੈ ਤੇ ਇਹਨਾਂ ਭਰਮ ਦੇ ਵਿੱਚ ਹੀ ਭਟਕ ਜਾਣਾ ਕੀਤਾ, ਤੇ ਜੋ ਵੀ ਇਹਨਾਂ ਦੇ ਸੇਵਕ ਹਨ ਉਹ ਵੀ ਭਰਮ ਦੇ ਵਿੱਚ ਹੀ ਪੈ ਜਾਂਦੇ ਨੇ। ਤੇ ਗੁਰਸਿੱਖ ਜਿਹੜਾ ਪ੍ਰਮਾਤਮਾ ਦੀ ਚਰਨ ਸ਼ਰਨ ਵਿੱਚ ਰਹਿੰਦਾ ਕਦੇ ਵੀ ਉਹ ਭਰਮ ਦੇ ਵਿੱਚ ਭਟਕਦਾ ਨਹੀਂ, ਦੁਬਿਧਾ ਦੇ ਵਿੱਚ ਨਹੀਂ ਰਹਿੰਦਾ ਹੈ, ਉਹਦੀ ਦੁਬਿਧਾ ਨਾਸ ਹੋ ਜਾਂਦੀ ਹੈ। ਕਹੈ ਕਬੀਰ ਸੋ ਭਰਮੈ ਨਾਹੀ, ਪਗ ਲਗ ਰਾਮ ਰਹਿ ਸਰਨਾਹੀ। ਜੋ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜ ਜਾਂਦਾ ਕਦੇ ਵੀ ਭਟਕਦਾ ਨਹੀਂ, ਦੁਬਿਧਾ ਵਿੱਚ ਨਹੀਂ ਪੈਂਦਾ। ਇਹ ਕਬੀਰ ਸਾਹਿਬ ਜੀ ਦੀ ਰਚਨਾ ਦੁਆਰਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ। 691 ਅੰਗ ਤੇ ਇਹ ਪਵਿੱਤਰ ਮੁਖਵਾਕ ਬਖਸ਼ਿਸ਼ ਕੀਤਾ ਹੈ ਜੀ। ਬੇਅੰਤ ਭੁੱਲਾਂ ਦੀ ਖਿਮਾ ਕਰਨੀ ਸਮੇਂ ਦੀ ਸਮਾਪਤੀ ਹੈ। ਵਿਚਾਰ ਕਰਦਿਆਂ ਬੜੀਆਂ ਭੁੱਲਾਂ ਹੋ ਜਾਂਦੀਆਂ ਹਨ, ਅਣਜਾਣ ਦੇ ਬੱਚੇ ਸਮਝ ਕਰਕੇ ਖਿਮਾ ਬਖਸ਼ਣੀ। ਗੁਰੂ ਸਾਹਿਬ ਜੀ ਸਮਤ ਬਖਸ਼ਿਸ਼ ਕਰਨ। ਕਹੈ ਕਬੀਰ ਸੋ ਭਰਮੈ ਨਾਹੀ, ਪਗ ਲਗ ਰਾਮ ਰਹੈ ਸਰਨਾਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।